ਧੰਨ ਧੰਨ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਕੀ ਵਾਰ ਦੇ ਅੰਦਰ ਸੁਸ਼ੋਭਿਤ ਹੈ, ਸੁਭਾਏਮਾਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 308 ਉੱਪਰ ਇਹ ਵਚਨ, ਇਹ ਉਪਦੇਸ਼ ਆਪ ਸਭ ਜੀ ਸਰਵਣ ਕਰ ਸਕਦੇ ਹੋ। ਮੰਗਲ ਰੂਪ ਕਰਕੇ ਆਪ ਸਭ ਜੀ ਨੇ ਇਹ ਵਚਨ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਓ ਵਿਚਾਰਾਂ ਵੱਲ ਵਧੀਏ। ਇੱਕ ਵਾਰ ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਦਾ ਮੂਲ ਮੰਤਵ, ਗੁਰਬਾਣੀ ਦਾ ਮੂਲ ਮੋਟਿਵ, ਉਪਦੇਸ਼ ਜੀਵਨ ਦੇ ਅੰਦਰ ਤਬਦੀਲੀ ਲੈ ਕੇ ਆਉਣਾ ਹੈ। ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਭੁੱਲਿਆਂ ਨੂੰ ਮਾਰਗ ਦਿਖਾ ਕੇ, ਰਸਤਾ ਦਿਖਾ ਕੇ, ਜੀਵਨ ਦੇ ਅੰਦਰ ਤਬਦੀਲੀ ਲਿਆ ਕੇ ਜੀਵਨ ਨੂੰ, ਡਿੱਗੇ ਹੋਏ ਨੀਵੇਂ ਜੀਵਨ ਨੂੰ ਉੱਚਾ ਚੁੱਕਦੇ ਨੇ। ਇਸ ਕਰਕੇ ਜਦੋਂ ਸਤਿਗੁਰੂ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਸੀਂ ਨਤਮਸਤਕ ਹੁੰਦੇ ਹਾਂ, ਤੇ ਸਾਡੀ ਇਹ ਬੇਨਤੀ ਹੁੰਦੀ ਹੈ, ਸੱਚੇ ਪਾਤਸ਼ਾਹ ਹਾਮ ਔਗਣ ਭਰੇ ਏਕ ਗੁਣ ਨਾਹੀ। ਅਸੀਂ ਔਗਣਾਂ ਦੇ ਭਰੇ ਹੋਏ ਆ, ਸਾਡੇ ਕੋਲ ਗੁਣ ਨਹੀਂ, ਸਭ ਕੁਝ ਤੇਰਾ ਹੀ ਹੈ, ਸਾਡਾ ਆਪਣਾ ਸਾਡੇ ਅੰਦਰ ਕੁਝ ਵੀ ਨਹੀਂ। ਇਸ ਕਰਕੇ ਕਿਰਪਾ ਕਰੋ, ਹੁਣ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਕਿਉਂਕਿ ਹੁਣ ਤੱਕ ਅਸੀਂ ਵਿਸ਼ ਜ਼ਹਿਰ ਖਾਂਦੇ ਆ ਰਹੇ ਹਾਂ। ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਭੈ ਭੁੱਲੇ। ਅਸੀਂ ਭੁੱਲ ਗਏ ਸਾਂ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ ਮਾਰਗ ਦਿਖਾਓ। ਭੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਤੇ ਭੱਟ ਸਾਹਿਬਾਨ ਕਹਿੰਦੇ ਬੇਨਤੀ ਕਰਨੀ ਹੈ ਤੇ ਗੁਰੂ ਚਰਨਾਂ ਦੇ ਵਿੱਚ ਗੱਡੀਆਂ, ਦੌਲਤਾਂ, ਸ਼ੌਹਰਤਾਂ ਨਾ ਮੰਗੀ। ਉਹ ਗੁਰੂ ਨੇ ਕਿਰਪਾ ਕਰਨੀ ਹੈ, ਉਹ ਤੇਰੇ ਕੋਲ ਆਪੇ ਹੀ ਆ ਜਾਣੀਆਂ ਨੇ। ਜੇ ਗੁਰੂ ਕੋਲ ਆਇਆ ਏ ਤੇ ਉਹ ਮੰਗ ਜਿਹਦੇ ਨਾਲ ਆ ਸਭ ਕੁਝ ਤੂੰ ਪ੍ਰਾਪਤ ਕਰ ਸਕਦਾ ਹੈ। ਬੰਦੇ ਕੋਲ ਦੌਲਤ ਹੋਵੇ, ਸ਼ੌਹਰਤ ਹੋਵੇ, ਇੱਜ਼ਤ ਮਾਣ ਸਤਿਕਾਰ ਹੋਵੇ, ਪਰ ਉਹਦੇ ਕੋਲ ਗਿਆਨ ਨਾ ਹੋਵੇ, ਉਹਦੇ ਕੋਲ ਜੋ ਵੀ ਹੋਵੇਗਾ ਉਹ ਖੁੰਝ ਜਾਏਗਾ, ਉਹ ਗਵਾਚ ਜਾਏਗਾ। ਜਿਸ ਵਿਅਕਤੀ ਪਾਸ ਗਿਆਨ ਹੈ, ਐਜੂਕੇਸ਼ਨ ਹੈ, ਵਿਦਿਆ ਹੈ, ਉਹ ਆਪਣਾ ਮਾਨ ਸਨਮਾਨ, ਦੌਲਤ, ਸ਼ੌਹਰਤ ਨੂੰ ਬਰਕਰਾਰ ਕਰਕੇ ਆਪਣੇ ਆਪ ਨੂੰ ਹੋਰ ਉੱਚਾ ਚੁੱਕ ਸਕਦਾ ਹੈ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਜਦੋਂ ਗੁਰੂ ਦਰ 'ਤੇ ਆਵੇਂ ਨਾ, ਤੇਰੀ ਮੰਗ ਕੀ ਹੋਵੇ, ਤੇਰੀ ਡਿਮਾਂਡ ਕੀ ਹੋਵੇ, ਤੇਰੇ ਗੁਰੂ ਦੇ ਅੱਗੇ ਅਰਜ਼ ਕੀ ਹੋਵੇ, ਸੱਚੀ ਪਾਤਸ਼ਾਹ ਇੱਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਣਾਈ, ਆਪਣੀ ਸ਼ਰਨ ਦੇ ਵਿੱਚ ਰੱਖ ਲੈ, ਮੈਨੂੰ ਵੀ ਗਿਆਨ ਬਖਸ਼ਿਸ਼ ਕਰ ਦੇ, ਮੇਰਾ ਜੀਵਨ ਵੀ ਕੀੜਿਆਂ ਵਰਗਾ ਹੈ, ਸਵਾਰ ਕੇ ਬਾਦਸ਼ਾਹ ਬਣਾ ਦੇ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਆਪ ਫਰਮਾਨ ਕਰਦੇ ਹਨ, ਜਿਸ ਅੰਦਰ ਕੰਡੀਸ਼ਨ ਨਹੀਂ ਰੱਖੀ, ਕੀ ਦੇ ਅੰਦਰ? ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੂੰ ਉਪਦੇਸ਼ ਸੁਣੇ ਨਾ, ਜੇ ਤੇਰੇ ਅੰਦਰ ਵੀ ਇਹ ਸਥਿਤੀ, ਤੇਰੇ ਅੰਦਰ ਵੀ ਇਹ ਅਵਸਥਾ ਪੈਦਾ ਹੋਈ ਹੈ, ਜੇ ਤੇਰੇ ਅੰਦਰ ਵੀ ਆ ਕਮੀ ਹੈ, ਆ ਘਾਟ ਹੈ, ਤੇ ਜ਼ਰੂਰ ਸੁਣੀ। ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ, ਤਾਤ ਤੋਂ ਭਾਵ ਹੈ ਪਰਾਈ ਈਰਖਾ, ਇੰਗਲਿਸ਼ ਵਿੱਚ ਜਿਹਨੂੰ ਜੈਲਸ ਕਹਿ ਦਿੰਦੇ ਨੇ। ਜੇ ਤੂੰ ਕਿਸੇ ਤੋਂ ਈਰਖਾ ਰੱਖਦਾ ਹੈ, ਜੇ ਤੂੰ ਕਿਸੇ ਤੋਂ ਸੜਦਾ ਹੈ, ਜੇ ਤੂੰ ਜਲਦਾ ਹੈ, ਤੇ ਸਤਿਗੁਰੂ ਜੀ ਮਹਾਰਾਜ ਫਿਰ ਕੀ ਫਰਮਾਨ ਕਰਦੇ ਹਨ, ਤਿਸ ਦਾ ਕਦੇ ਨਾ ਹੋਵੀ ਭਲਾ। ਭਾਈ ਉਹਦਾ ਕਦੀ ਵੀ ਜੀਵਨ ਦੇ ਅੰਦਰ ਭਲਾ ਨਹੀਂ ਹੋ ਸਕਦਾ। ਬਹੁਤੀ ਵਾਰ ਸਮਾਜ ਦੇ ਵਿੱਚ ਮੋਟੀਵੇਸ਼ਨਲ ਸਪੀਕਰ ਜਿਹੜੇ ਹੁੰਦੇ ਨੇ, ਉਹਨਾਂ ਵੱਲੋਂ ਕਹਾਣੀਆਂ, ਕਵਿਤਾਵਾਂ ਕਹਿ ਕੇ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਹੁਣ ਇੱਦਾਂ ਹੀ ਇੱਕ ਸਟੋਰੀ, ਇੱਕ ਛੋਟੀ ਜਿਹੀ ਕਹਾਣੀ ਜਿਹੜੀ ਹੈ ਮੋਟੀਵੇਸ਼ਨਲ ਵਾਸਤੇ। ਉਹਨਾਂ ਆਖਿਆ ਕਿ ਰੱਬ ਨੇ ਕਿਸੇ ਉੱਪਰ ਬੜੀ ਕਿਰਪਾ ਕੀਤੀ, ਤਰੁੱਠ ਗਿਆ, ਉਹਦੇ ਉੱਪਰ ਬੜਾ ਖੁਸ਼ ਹੋਇਆ ਹੈ। ਨਾਲ ਦਾ ਗਵਾਂਢੀ ਸੀ,
ਉਹ ਕਹਿੰਦਾ ਰੱਬਾ ਜੇ ਤੂੰ ਇਹਦੇ ਉੱਤੇ ਖੁਸ਼ ਹੋਇਆ ਤੇ ਮੇਰੇ ਉੱਪਰ ਵੀ ਕਿਰਪਾ ਕਰ, ਮੈਨੂੰ ਵੀ ਕੁਝ ਨਾ ਕੁਝ ਬਖਸ਼। ਤੇ ਰੱਬ ਕਹਿੰਦਾ ਹੈ ਕਿ ਜੋ ਮੰਗਣਾ ਹੈ ਮੰਗ ਲਾ। ਕਹਿੰਦਾ ਜੋ ਮੇਰੇ ਗਵਾਂਢੀ ਨੂੰ ਦਿੱਤਾ ਹੀ ਮੈਨੂੰ ਉਹ ਤੋਂ ਦੁੱਗਣਾ ਚਾਹੀਦਾ। ਕਹਿੰਦਾ ਠੀਕ ਹੈ। ਹੁਣ ਭਾਈ ਗਵਾਂਢੀ ਕੋਲ 1 ਕਾਰਾਂ ਸੀ, ਨਾਲ ਦੇ ਕੋਲ 2 ਆ ਗਈਆਂ। ਗਵਾਂਢੀ ਕੋਲ 1 ਕੋਠੀ ਸੀ, ਨਾਲ ਦੇ ਕੋਲ 2 ਆ ਗਈਆਂ। ਤੇ ਗਵਾਂਢੀ ਦਾ ਐਕਸੀਡੈਂਟ ਹੋਇਆ, ਉਹਦੀ 1 ਲੱਤ ਟੁੱਟੀ ਹੈ ਤੇ ਨਾਲ ਦੇ ਦੀਆਂ 2 ਟੁੱਟ ਗਈਆਂ। ਉਹਦੀ 1 ਅੱਖ ਕਾਣੀ ਹੋਈ ਤੇ ਇਹਦੀਆਂ ਦੋਵੇਂ ਹੀ ਅੱਖਾਂ ਕਾਣੀਆਂ ਹੋ ਗਈਆਂ। ਕਹਿਣ ਤੋਂ ਮੁਰਾਦ ਸਮਝਾਉਣ ਵਾਲੇ ਦੀ ਇਹ ਵਿਧ ਹੈ ਕਿ ਰੀਸ ਕਰਕੇ ਜਲਣਾ ਨਹੀਂ ਚਾਹੀਦਾ, ਸੜਨਾ ਨਹੀਂ ਚਾਹੀਦਾ। ਕਿਸੇ ਦੀ ਰੀਸ ਕਰਕੇ ਆਪਣਾ ਨਹੀਂ ਵਿਗਾੜਨਾ ਚਾਹੀਦਾ। ਜੇ ਕਿਸੇ ਕੋਲ ਹੈ ਤੇ ਭਲਾ ਹੈ, ਸਾਨੂੰ ਆਪਣੇ ਆਪ ਵਿੱਚ ਜੀਣਾ ਚਾਹੀਦਾ। ਜੋ ਸਾਡੇ ਕੋਲ ਹੈ ਉਹਦਾ ਸ਼ੁਕਰ ਮਨਾ ਲਈਏ। ਜਦੋਂ ਅਸੀਂ ਸ਼ੁਕਰ ਕਰਨਾ ਭੁੱਲ ਜਾਵਾਂਗੇ ਤੇ ਸ਼ੁਕਰ ਕਰਨੇ ਦਾ ਰਾਹ ਛੱਡ ਕੇ ਅਸੀਂ ਜੈਲਸ, ਅਸੀਂ ਈਰਖਾ ਦੇ ਵਿੱਚ ਆ ਜਾਵਾਂਗੇ, ਉਸ ਦਿਨ ਸਾਡਾ ਜੀਵਨ ਗਰਕਣਾ ਸ਼ੁਰੂ ਹੋ ਜਾਏਗਾ। ਕਿਉਂਕਿ ਅਸੀਂ ਰੀਸ ਕਰਨ ਦੇ ਵਿੱਚ ਗਲਤ ਮਾਰਗ ਨੂੰ ਅਪਣਾਵਾਂਗੇ, ਗਲਤ ਰਸਤੇ ਨੂੰ ਅਪਣਾਵਾਂਗੇ, ਜਿਹੜਾ ਰਸਤਾ ਸਾਡੇ ਜੀਵਨ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਰੀਸ ਕਿਹੋ ਜਿਹੀ ਵੀ ਹੋਵੇ ਨਹੀਂ ਕਰਨੀ ਚਾਹੀਦੀ। ਆਪਣੇ ਬਲਬੂਤੇ ਤੇ ਕਿਸੇ ਚੀਜ਼ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਪ੍ਰਾਪਤ ਕਰ, ਲੇਕਿਨ ਉਹਦੇ ਰਸਤੇ ਤੇ ਚੱਲ ਕੇ ਉਸ ਦੇ ਕਰਮਾਂ ਨੂੰ, ਉਸ ਦੇ ਪਦ ਨੂੰ, ਉਸ ਦੇ ਵੱਲੋਂ ਅਰਜਿਤ ਕੀਤੀ ਹੋਈ ਸੰਪਤੀ ਨੂੰ, ਉਹਦੇ ਅਵਗੁਣਾਂ ਨੂੰ, ਇਹਨਾਂ ਚੀਜ਼ਾਂ ਦੀਆਂ ਰੀਸਾਂ ਛੱਡ ਕੇ ਆਪਣੇ ਜੀਵਨ ਦੇ ਅੰਦਰ ਝਾਤ ਮਾਰ ਕਿ ਤੂੰ ਕਿੱਥੇ ਸਟੈਂਡ ਕਰਦਾ ਹੈ, ਤੇਰਾ ਜੀਵਨ ਕੀ ਹੈ, ਤੂੰ ਕੀ ਕਰ ਸਕਦਾ, ਤੇਰੇ ਅੰਦਰ ਕੀ ਖਾਸੀਅਤ ਹੈ। ਤਿਸ ਦਾ ਕਦੇ ਨਾ ਹੋਵੇ ਭਲਾ, ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਅਗਾਂਹ ਸਤਿਗੁਰੂ ਜੀ ਮਹਾਰਾਜ ਕਹਿੰਦੇ ਰੀਸਾਂ ਫਿਰ ਕਿਹੜੀਆਂ? ਉਸ ਦੇ ਆਖਿਆਂ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ। ਖਲਾ ਅਖਰੀ ਅਰਥ ਕੀ ਕਹਿ ਰਹੇ ਨੇ? ਕਹਿੰਦੇ ਉਸ ਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸਦਾ ਮਨ ਉਜਾੜ ਵਿੱਚ ਕੂਕਦਾ ਹੈ। ਜਿਹੜਾ ਵਿਅਕਤੀ ਜੀਵਨ ਦੇ ਅੰਦਰ ਦੂਸਰਿਆਂ ਦੀਆਂ ਰੀਸਾਂ ਕਰਦਾ ਹੈ, ਹੁਣ ਜਿਹੜਾ ਜਾਣਕਾਰ ਹੈ, ਜਿਹੜਾ ਗਿਆਨੀ ਹੈ, ਉਹਨੂੰ ਤਾਂ ਪਤਾ ਹੈ ਕਿ ਕਿੱਥੇ ਰਸਤੇ ਦੇ ਵਿੱਚ ਵਿਖੜਾ ਪੈਂਡਾ ਵੀ ਆਉਣਾ ਹੈ, ਕਿਤੇ ਰਸਤੇ ਦੇ ਵਿੱਚ ਚੱਲਦਿਆਂ ਹੋਇਆਂ ਮਾਰ ਵੀ ਪੈਣੀ ਹੈ, ਖੱਡੇ ਵੀ ਆਉਣੇ ਨੇ, ਸੱਟਾਂ ਵੀ ਲੱਗਣੀਆਂ ਨੇ। ਜਿਹਦੇ ਮਨ ਦੇ ਅੰਦਰ ਰੀਸ ਦਾ ਚਾਅ ਹੈ, ਜਿਹਦੇ ਮਨ ਦੇ ਅੰਦਰ ਜੈਲਸ ਹੈ ਕਿ ਜੇ ਇਹ ਚੱਲਣ ਦਿਆ ਤੇ ਮੈਂ ਵੀ ਚੱਲ ਕੇ ਵੇਖਾਂ, ਅਗਿਆਨਤਾ ਵਸ ਕੀਤੀ ਗਈ ਰੀਸ ਖੂਹ ਦੇ ਵਿੱਚ ਸੁੱਟ ਦਿੰਦੀ ਹੈ। ਚੰਗੀ ਰੀਸ ਸਭ ਨੂੰ ਕਰਨੀ ਚਾਹੀਦੀ। ਜੇ ਕਿਸੇ ਕੋਲ ਗੁਣ ਹੈ ਤੇ ਭਾਈ ਸਿੱਖਣਾ ਚਾਹੀਦਾ। ਜੇ ਕੋਈ ਸੱਚਾ ਹੈ ਤੇ ਉਹਦੇ ਵਾਂਗ ਸੱਚਾ ਹੋਣਾ ਚਾਹੀਦਾ। ਜੇ ਕੋਈ ਇਮਾਨਦਾਰ ਹੈ ਤੇ ਉਹਦੇ ਵਾਂਗ ਇਮਾਨਦਾਰ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਦੋਂ ਰੀਸ ਕਰਨ ਵਾਸਤੇ ਅਸੀਂ ਰਾਹ ਗਲਤ ਅਖਤਿਆਰ ਕਰ ਲੈਂਦੇ ਹਾਂ, ਉਦੋਂ ਸਾਡੇ ਜੀਵਨ ਵਿੱਚ ਕਦੀ ਵੀ ਭਲਾ ਨਹੀਂ ਹੋ ਸਕਦਾ। ਤੇ ਫਿਰ ਇਹੋ ਜਿਹਾ ਵਿਅਕਤੀ ਆਪਣੇ ਜੀਵਨ ਦੇ ਅੰਦਰ ਕੂਕਦਾ ਹੈ, ਪੁਕਾਰਦਾ ਹੈ, ਇਹਦੀ ਪੁਕਾਰ ਸੁਣਨ ਵਾਲਾ ਕੋਈ ਹੋਰ ਨਹੀਂ ਹੁੰਦਾ। ਅਗਾਂਹ ਕਹਿੰਦੇ ਹਨ ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਦਿਆਂ ਉਸ ਦਾ ਸਭ ਗਿਆ। ਹੁਣ ਚੁਗਲੀ ਕੀ ਹੈ? ਬਹੁਤੀ ਵਾਰ ਅਸੀਂ ਪ੍ਰੇਮ ਵਿੱਚ, ਸ਼ਰਧਾ ਵਿੱਚ ਗੱਲ ਕਹਿ ਦਿੰਦੇ, ਭਾਈ ਗੁਰੂ ਦੀ ਚੁਗਲੀ ਨਹੀਂ ਕਰਨੀ ਚਾਹੀਦੀ। ਸੱਚ ਬੋਲਣਾ ਚੁਗਲੀ ਨਹੀਂ ਹੁੰਦੀ, ਲੇਕਿਨ ਚੁਗਲੀ ਸ਼ਬਦ ਨੂੰ ਸਮਝਣਾ ਪਏਗਾ। ਜਦੋਂ ਕੋਈ ਨੇਕ ਰਸਤੇ ਤੇ ਚੱਲ ਰਿਹਾ ਹੈ, ਨੇਕੀ ਦਾ, ਭਲੇ ਦਾ ਕਾਰਜ ਕਰ ਰਿਹਾ ਹੈ, ਉਹਦੇ ਕਾਰਜ ਵਿੱਚ ਆਪਣੇ ਵੱਲੋਂ ਸੱਚ ਬੋਲ ਕੇ ਜਾਂ ਫਿਰ ਝੂਠ ਬੋਲ ਕੇ ਵਿਘਨ ਪਾਉਣਾ ਹੀ ਚੁਗਲੀ ਹੈ। ਉਹ ਭਾਵੇਂ ਸੱਚ ਹੈ ਭਾਵੇਂ ਝੂਠ ਹੈ। ਚੁਗਲੀ ਕੀ ਹੈ? ਕਿਸੇ ਦਾ ਜੀਵਨ ਬਰਬਾਦ ਕਰਨ ਵਾਲੀ ਕੋਈ ਵੀ ਉਹ ਗੱਲ, ਭਾਵੇਂ ਉਹ ਸੱਚੀ ਹੈ ਭਾਵੇਂ ਉਹ ਝੂਠੀ ਹੈ, ਉਹ ਚੁਗਲੀ ਹੈ। ਹੁਣ ਚੁਗਲੀ ਕਿਹਨੇ ਲਾਈ ਹੈ? ਸੁੱਚਾਨੰਦ ਨੇ ਚੁਗਲੀ ਨਹੀਂ ਸੀ ਲਾਈ। ਜਦੋਂ ਸਾਹਿਬਜ਼ਾਦੇ ਇੱਦਾਂ ਦਰਬਾਰ ਲੱਗਾ ਹੈ ਤੇ ਸਾਹਿਬਜ਼ਾਦਿਆਂ ਨੂੰ ਬੁਲਾਇਆ ਗਿਆ, ਵਜ਼ੀਰ ਖਾਨ ਟਾਕ ਕਰ ਰਿਹਾ, ਵਿਚਾਰ ਕਰ ਰਿਹਾ ਇੱਕ ਦੂਸਰੇ ਦੇ ਨਾਲ,
ਮਨ ਦੇ ਅੰਦਰ ਕਿਤੇ ਆਇਆ ਹੋਏਗਾ ਕਿ ਇਹ ਬੱਚੇ, ਇਹਨਾਂ ਤੋਂ ਕੀ ਦੋਸ਼ ਲੈਣਾ। ਹੁਣ ਗੱਲ ਸਾਰੀ ਉਹਦੇ ਉੱਤੇ ਡਿਪੈਂਡ ਕਰਦੀ ਹੈ, ਉਹਨੇ ਫੈਸਲਾ ਸੁਣਾਉਣਾ। ਲੇਕਿਨ ਲਾਗੇ ਖਲੋਤਾ ਸੁੱਚਾਨੰਦ ਕੀ ਕਹਿੰਦਾ? ਕਹਿੰਦਾ ਸੱਪ ਦੇ ਬੱਚੇ, ਜਿੰਨਾ ਮਰਜ਼ੀ ਇਹਨਾਂ ਨੂੰ ਦੁੱਧ ਪਿਆ ਲਿਓ, ਇਹਨਾਂ ਨੇ ਜ਼ਹਿਰ ਹੀ ਉਗਲਣਾ ਹੈ, ਇਹ ਬਦਲ ਨਹੀਂ ਸਕਦੇ। ਇਹਨੂੰ ਕਹਿੰਦੇ ਚੁਗਲੀ। ਕਿਸੇ ਦਾ ਬਣਦਾ ਹੋਇਆ ਕੰਮ ਰੋਕਣਾ, ਕਿਸੇ ਦੇ ਜੀਵਨ ਨੂੰ ਬਰਬਾਦ ਕਰਕੇ ਰੱਖ ਦੇਣਾ, ਤੇ ਚੁਗਲੀ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਵਰਤਦੀ ਹੈ। ਉਹ ਭਾਵੇਂ ਸਾਡਾ ਗ੍ਰਸਤ ਜੀਵਨ ਹੋਵੇ, ਭਾਵੇਂ ਸਾਡਾ ਧਾਰਮਿਕ ਜੀਵਨ ਹੋਵੇ, ਭਾਵੇਂ ਸਾਡਾ ਰਾਜਨੀਤਿਕ ਜੀਵਨ ਹੋਵੇ, ਜੀਵਨ ਦੀ ਹਰ ਅਵਸਥਾ ਵਿੱਚ ਚੁਗਲੀ। ਤੇ ਕਿਤੇ ਨਾ ਕਿਤੇ ਅਸੀਂ ਕਿਸੇ ਨਾ ਕਿਸੇ ਦੀ ਚੁਗਲੀ ਜ਼ਰੂਰ ਕਰਦੇ ਹਾਂ, ਜਿਹਦੇ ਨਾਲ ਸਾਨੂੰ ਆਪਣਾ ਪ੍ਰੋਫਿਟ ਤਾਂ ਮਿਲ ਜਾਂਦਾ ਹੈ, ਪਰ ਸਾਡੀ ਕੀਤੀ ਹੋਈ ਗੱਲ, ਸਾਡੇ ਕੀਤੇ ਹੋਏ ਵਚਨ ਕਿਸੇ ਹੋਰ ਦਾ ਕੰਮ ਵਿਗਾੜ ਕੇ ਰੱਖ ਦਿੰਦੇ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਸਮਝਾ ਕੀ ਰਹੇ ਨੇ, ਇਹ ਗੁਰੂ ਦੇ ਸਿੱਖਾ, ਜੇ ਤੂੰ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਹੈ, ਜ਼ਿੰਦਗੀ ਦੇ ਅੰਦਰ ਕਦੀ ਚੁਗਲੀ ਨਾ ਕਰੀ। ਤੇ ਗੁਰੂ ਸਾਹਿਬ ਜੀ ਕਹਿੰਦੇ ਜਿਸ ਅੰਦਰ ਚੁਗਲੀ ਚੁਗਲੋ ਵਰਤੈ, ਜਿਹਦੇ ਅੰਦਰ ਚੁਗਲੀ ਵਰਤ ਰਹੀ ਹੈ, ਜਿਹਦੇ ਅੰਦਰ ਗੁਰੂ ਦੇ ਹੁਕਮ ਤੋਂ ਉਲਟ ਚੱਲਣ ਦੀ ਮੱਤ ਵਰਤ ਰਹੀ ਹੈ, ਵੱਜੈ ਕੀਤਾ ਕਰਦਿਆਂ ਉਸ ਦਾ ਸਭ ਗਿਆ। ਭਾਈ ਸੱਚ ਜਾਣੀ, ਜਿੰਨੇ ਵੀ ਉਹਨੇ ਧਰਮ ਦੇ ਕਰਮ ਕੀਤੇ ਨੇ, ਜਾਂ ਆਪਾਂ ਸਿੱਧੀ ਭਾਸ਼ਾ ਵਿੱਚ ਕਹਿ ਲਈਏ, ਜਿੰਨੇ ਵੀ ਉਹਨੇ ਪਾਠ ਕੀਤੇ ਨੇ, ਜਿੰਨੇ ਵੀ ਉਹਨੇ ਸੇਵਾ ਕੀਤੀ ਹੈ, ਉਹ ਇੱਕ ਚੁਗਲੀ ਸਭ ਕੁਝ ਲੈ ਜਾਏਗੀ। ਅਸੀਂ ਇੰਨੀ ਨੇਕੀ ਕਰ ਲੈਂਦੇ ਹਾਂ, ਪਰ ਸਾਡੇ ਵੱਲੋਂ ਕਿਹਾ ਹੋਇਆ ਇੱਕ ਵਚਨ ਸਾਰੀ ਨੇਕੀ ਤੇ ਪਾਣੀ ਫੇਰ ਦਿੰਦਾ। ਜ਼ਹਿਰ ਥੋੜਾ ਹੀ ਹੁੰਦਾ ਹੈ। ਜ਼ਿੰਦਗੀ ਜਿਉਣ ਵਾਸਤੇ ਸਾਰੀ ਜ਼ਿੰਦਗੀ ਇਸ ਸਰੀਰ ਨੂੰ ਸੰਭਾਲਣਾ ਪੈਂਦਾ ਹੈ। ਕਿੰਨੇ ਕਾਸਮੈਟਿਕਸ, ਕਿੰਨੀਆਂ ਕਰੀਮਾਂ, ਕਿੰਨੇ ਸ਼ੈਂਪੂ, ਕਿੰਨੇ ਸਾਬਣ, ਕਿੰਨੇ ਪ੍ਰਕਾਰ ਦੇ ਭੋਜਨ ਇਸ ਸਰੀਰ ਨੂੰ ਪਾਲਦੇ ਨੇ, ਤੇ ਕਿੰਨਾ ਲੰਮਾ ਸਮਾਂ ਅਸੀਂ ਇਹਨੂੰ ਸੰਭਾਲ ਰੱਖਦੇ ਹਾਂ। ਕੋਈ ਬਹੁਤਾ ਥੋੜਾ ਸਮਾਂ ਨਹੀਂ ਹੁੰਦਾ, ਬਹੁਤ ਲੰਮਾ ਸਮਾਂ ਹੁੰਦਾ ਹੈ। ਕਈ ਸਾਲ ਇਹਨੂੰ ਸੰਭਾਲ ਕੇ ਰੱਖਦੇ ਆ। ਜਿੱਦਣ ਇਹਨੂੰ ਖਤਮ ਕਰਨਾ ਹੈ, ਇੱਕ ਚੁਟਕੀ ਜ਼ਹਿਰ ਇਹਨੂੰ ਦੇ ਦਿਓ, ਸਾਰੀ ਕੀਤੀ ਕਤਰੀ ਖੂਹ ਦੇ ਵਿੱਚ ਪੈ ਜਾਏਗੀ। ਇੱਕ ਚੁਟਕੀ ਜ਼ਹਿਰ ਲੱਖਾਂ ਕਰੋੜਾਂ ਰੁਪਈਆ ਲਗਾ ਕੇ ਪਾਈ ਹੋਈ ਇੱਜ਼ਤ, ਪਾਏ ਹੋਏ ਮਾਣ, ਸਤਿਕਾਰ, ਪ੍ਰਤਿਸ਼ਠਾ ਨੂੰ ਇੱਕ ਖਿਣ ਦੇ ਵਿੱਚ ਖਤਮ ਕਰ ਦੇਵੇਗੀ, ਲੈ ਕੇ ਡੁੱਬ ਜਾਵੇਗੀ। ਜ਼ਹਿਰ ਕਿੰਨਾ ਹੈ? ਸਿਰਫ ਇੱਕ ਚੁਟਕੀ ਹੈ। ਤੇ ਜੀਣ ਵਾਸਤੇ ਕਿੰਨਾ ਕੁਝ ਕਰਨਾ ਪਿਆ, ਇਹ ਸਾਡੇ ਸਾਹਮਣੇ ਹੈ। ਤੇ ਸਤਿਗੁਰੂ ਜੀ ਮਹਾਰਾਜ ਕੀ ਕਹਿੰਦੇ ਨੇ, ਇੱਜ਼ਤ ਕਮਾਉਣ ਵਾਸਤੇ ਤੂੰ ਜਿੰਨੀ ਮਿਹਨਤ ਕਰ ਰਿਹਾ ਹੈ, ਤੂੰ ਜਿੰਨਾ ਸੇਵਾ ਦਾ ਭਾਵ ਆਪਣੇ ਅੰਦਰ ਰੱਖਿਆ, ਜੇ ਤੇਰੇ ਅੰਦਰ ਫਿਰ ਵੀ ਇਹ ਚੁਗਲੀ ਵਰਤ ਗਈ, ਯਾਦ ਰੱਖੀ ਤੇਰੀ ਸੇਵਾ, ਤੇਰਾ ਸਿਮਰਨ ਇਹ ਚੁਗਲੀ ਲੈ ਜਾਏਗੀ। ਭਾਵੇਂ ਗੁਰੂ ਦੇ ਦਰਬਾਰ ਵਿੱਚ ਬੈਠਾ ਹੈ, ਭਾਵੇਂ ਘਰ ਵਿੱਚ ਹੈ, ਤੇ ਭਾਵੇਂ ਸਮਾਜ ਵਿੱਚ ਵਿਚਰ ਰਿਹਾ ਹੈ, ਜੀਵਨ ਅੰਦਰ ਇਸ ਚੁਗਲੀ ਨੂੰ ਲੈ ਕੇ ਨਾ ਆਏ। ਕੀਤਾ ਕਰਦੇ ਆ ਉਸ ਦਾ ਸਭ ਗਿਆ। ਅਗਾਂਹ ਕਹਿੰਦੇ ਨਿਤ ਚੁਗਲੀ ਕਰੇ, ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ। ਜਿਸ ਮਨੁੱਖ ਦੇ ਹਿਰਦੇ ਵਿੱਚ ਚੁਗਲੀ ਹੁੰਦੀ ਹੈ, ਉਹ ਚੁਗਲ ਦੇ ਨਾਮ ਨਾਲ ਹੀ ਮਸ਼ਹੂਰ ਹੋ ਜਾਂਦਾ ਹੈ। ਉਸ ਦੀ ਪਿਛਲੀ ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ। ਉਹ ਸਦਾ ਪਰਾਈ ਝੂਠੀ ਚੁਗਲੀ ਕਰਦਾ ਹੈ। ਚੁਗਲੀ ਤੋਂ ਭਾਵ ਜਦੋਂ ਅਸੀਂ ਕਿਸੇ ਦੇ ਕੀਤੇ ਹੋਏ ਕਰਮਾਂ ਦੇ ਪ੍ਰਕਾਰ ਦਾ ਹਊਆ ਬਣਾ ਦਿੰਦੇ ਹਾਂ। ਕੋਈ ਬੰਦਾ ਸਹੀ ਹੈ, ਕੋਈ ਵਧੀਆ ਕੰਮ ਕਰ ਰਿਹਾ, ਪਰ ਅਸੀਂ ਆਪਣੇ ਵੱਲੋਂ ਉਹਦੇ ਨਾਲ ਗੱਲਾਂ ਜੋੜ ਕੇ ਉਹਦੇ ਮਾਣ, ਉਹਦੀ ਪ੍ਰਤਿਸ਼ਠਾ ਨੂੰ ਠੇਸ ਪਹੁੰਚਾਉਣ ਵਾਸਤੇ ਆਪਣੇ ਵੱਲੋਂ ਗੱਲਾਂ ਬਣਾ ਕੇ, ਆਪਣੇ ਵੱਲੋਂ ਤਾਣਾ ਪੇਟਾ ਬੁਣ ਕੇ ਸਮਾਜ ਵਿੱਚ ਫੈਲਾ ਦਿੰਦੇ ਆ। ਉਹਨੂੰ ਕਹਿੰਦੇ ਨੇ ਚੁਗਲੀ। ਬਹੁਤੀ ਵਾਰ ਇਹ ਬੱਚਿਆਂ ਦੇ ਨਾਲ ਵਾਪਰਦੀ ਹੈ। ਜਿਹੜਾ ਵਿਚੋਲਾ ਹੁੰਦਾ ਹੈ ਨਾ, ਉਹ ਰਿਸ਼ਤਾ ਕਰਾਉਂਦਾ ਹੈ ਬੱਚੇ ਤੇ ਬੱਚੀਆਂ ਦਾ, ਤੇ ਜਿਹੜਾ ਸ਼ਰੀਕਾ ਹੁੰਦਾ ਹੈ ਉਹ ਕਹਿੰਦਾ ਕਿ ਇਹਦਾ ਭਲਾ ਕਿਉਂ ਹੋਵੇ। ਬੜੇ ਤਰੀਕੇ ਦੇ ਨਾਲ ਕੋਈ ਗੱਲ ਬਣਾ ਕੇ ਲੀਕ ਕਰ ਦਿੱਤੀ ਜਾਂਦੀ ਹੈ, ਤੇ ਉਹ ਬਣਿਆ ਬਣਾਇਆ ਰਿਸ਼ਤਾ ਟੁੱਟ ਜਾਂਦਾ। ਉਹਨੂੰ ਕਹਿੰਦੇ ਚੁਗਲੀ ਕਰਨਾ। ਤੇ ਇਕੱਲੀ ਰਿਸ਼ਤਿਆਂ ਵਿੱਚ ਹੀ ਨਹੀਂ ਵਾਪਰਦੀ, ਇਹ ਵਪਾਰ ਵਿੱਚ ਵੀ ਵਾਪਰਦੀ ਹੈ। ਕੋਈ ਵਪਾਰੀ ਵਪਾਰ ਕਰਨ ਵਾਸਤੇ ਗਿਆ, ਕਿਸੇ ਨੇ ਕੋਈ ਡੀਲ ਕੀਤੀ ਹੈ, ਨਾਲ ਦਾ ਵਪਾਰੀ ਕਹੇਗਾ ਇਹਦਾ ਕਿਉਂ ਭਲਾ ਹੋਵੇ। ਕਿਸੇ ਦੇ ਰਾਹੀਂ ਕੋਈ ਗੱਲ ਕਰਵਾ ਕੇ ਜਿਹੜਾ ਡੀਲਰ ਹੈ ਉਹਨੂੰ ਕਟਵਾ ਦਿੰਦਾ ਹੈ ਕਿ ਛੱਡ ਪਰਾਂ, ਇਹਦੇ ਨਾਲ ਵਪਾਰ ਕਰਨ ਦਾ ਕੋਈ ਫਾਇਦਾ ਨਹੀਂ, ਇਹ ਤਾਂ ਝੂਠਾ ਵਪਾਰ ਕਰਦਾ ਹੈ। ਹਾਲਾਂਕਿ ਬੰਦਾ ਸੱਚਾ ਹੈ,
लेकिन ਉਹਦੇ ਪਰਥਾਏ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਗਲਤ ਨੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਝੂਠੀ ਚੁਗਲੀ ਜਿਹੜੀ ਨਿਤ ਹੀ ਕਰਦਾ ਹੈ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ। ਜਦੋਂ ਇਹੋ ਜਿਹੇ ਵਿਅਕਤੀ ਦਾ ਸਮਾਜ ਵਿੱਚ ਪਾਜ ਉਗੜ ਜਾਂਦਾ ਹੈ, ਸਮਾਜ ਵਿੱਚ ਉਹ ਵਿਅਕਤੀ ਜਿਉਣ ਲਾਇਕ ਨਹੀਂ ਰਹਿੰਦਾ। ਮੂੰਹ ਕਾਲਾ ਤੋਂ ਭਾਵ ਹੈ ਕਿ ਇੱਕ ਕਾਲਖ ਦਾ ਧੱਬਾ, ਇੱਕ ਕਾਲਖ ਦਾ ਦਾਗ ਜੀਵਨ ਕਰੈਕਟਰ ਦੇ ਉੱਪਰ ਲੱਗ ਜਾਂਦਾ ਹੈ ਕਿ ਇਹ ਬੰਦਾ ਝੂਠਾ ਹੈ। ਇਹਦੀ ਗੱਲ ਦੇ ਉੱਤੇ ਯਕੀਨ ਨਾ ਕਰਿਓ। ਇੱਕ ਵਿਦਵਾਨ ਕਹਿੰਦਾ ਜਦੋਂ ਕੁੱਤੇ ਨੂੰ ਮਾਰਨਾ ਹੋਵੇ ਨਾ ਤੇ ਸਮਾਜ ਵਿੱਚ ਇਹ ਗੱਲ ਫੈਲਾ ਦਿਓ ਕਿ ਇਹ ਕੁੱਤਾ ਪਾਗਲ ਹੈ ਤੇ ਵੱਢ ਲੈਂਦਾ ਹੈ, ਸਮਾਜ ਮੰਨ ਲਏਗਾ। ਜਦੋਂ ਸਮਾਜ ਇਸ ਗੱਲ ਨੂੰ ਪ੍ਰਵਾਨ ਕਰ ਲਏਗਾ ਕਿ ਹਾਂ ਸੱਚਮੁੱਚ ਇਹ ਪਾਗਲ ਹੈ, ਇਹ ਵੱਢ ਲੈਂਦਾ ਹੈ ਤੇ ਵੱਢਿਆ ਨੁਕਸਾਨ ਹੁੰਦਾ ਹੈ, ਦੁਨੀਆ ਦੇ ਸਾਹਮਣੇ ਉਸ ਕੁੱਤੇ ਨੂੰ ਮਾਰ ਦਿਓ, ਤੁਹਾਨੂੰ ਕੋਈ ਹੱਥ ਲਾਉਣ ਵਾਲਾ ਨਹੀਂ ਹੋਏਗਾ, ਤੁਹਾਡੇ ਉੱਤੇ ਕੋਈ ਉਂਗਲ ਉਠਾਉਣ ਵਾਲਾ ਨਹੀਂ ਹੋਏਗਾ। ਹਾਲਾਂਕਿ ਭਾਵੇਂ ਕੁੱਤਾ ਪਾਗਲ ਹੋਵੇ ਜਾਂ ਨਾ ਹੋਵੇ, ਇਸ ਮਨਸ਼ਾ ਨੂੰ ਵਿਚਾਰਨਾ, ਇਸ ਮਨਸ਼ਾ ਦੇ ਨਾਲ ਸਮਾਜ ਵਿੱਚ ਕਰਮ ਕਰਨਾ, ਗੁਰੂ ਸਾਹਿਬ ਜੀ ਕਹਿੰਦੇ ਆ ਚੁਗਲੀ ਹੈ। ਕਿਸੇ ਦੇ ਚੰਗੇ ਭਲੇ ਜੀਵਨ ਨੂੰ ਸਮਾਜ ਵਿੱਚ ਗਲਤ ਪ੍ਰਚਾਰ ਕੇ ਉਹਦੇ ਜੀਵਨ ਨੂੰ ਸ਼ਰੇਆਮ ਬਰਬਾਦ ਕਰ ਦੇਣਾ, ਉਹਦੇ ਜੀਵਨ ਦਾ ਨਾਸ਼ ਕਰ ਦੇਣਾ, ਇਦੋਂ ਵੱਡੀ ਚੁਗਲੀ ਨਹੀਂ ਕੋਈ ਹੋ ਸਕਦੀ। ਤੇ ਬਹੁਤੇ ਘਰਾਂ ਦੇ ਵਿੱਚ ਵਾਪਰਦਾ ਵੀ ਹੈ। ਕਈ ਧੀਆਂ ਦੇ ਘਰ ਇਸ ਚੁਗਲੀ ਨਹੀਂ ਉਜਾੜ ਦਿੱਤੇ ਨੇ, ਕਈ ਬਣੇ ਬਣਾਏ ਘਰ, ਸੋਹਣੇ ਵਸਦੇ ਪਰਿਵਾਰ ਇਸ ਚੁਗਲੀ ਨੇ ਉਜਾੜ ਦਿੱਤੇ ਨੇ। ਇਹ ਚੁਗਲੀ ਹੈ ਜਿਹੜੀ ਦੋਵਾਂ ਜੀਆਂ ਦੇ ਵਿਸ਼ਵਾਸ ਵਿੱਚ ਫੁੱਟ ਪਾ ਕੇ ਰੱਖ ਦਿੰਦੀ ਹੈ। ਕਿਤੇ ਪਰਖ ਕੇ ਵੇਖਿਓ ਜੀਵਨ ਦੇ ਅੰਦਰ ਕਿਸੇ ਨਾ ਕਿਸੇ ਦੇ ਨਾਲ ਤਾਂ ਇਹ ਵਾਪਰੀ ਹੋਏਗੀ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਵੇਖੀ ਸਿੱਖਾ, ਕਿਸੇ ਧੀ ਦਾ ਘਰ ਨਾ ਉਜਾੜੀ, ਕਿਸੇ ਦਾ ਪਰਿਵਾਰ, ਕਿਸੇ ਦਾ ਹੱਸਦਾ ਵਸਦਾ ਪਰਿਵਾਰ ਇੱਦਾਂ ਉਜਾੜੀ ਨਾ, ਨਹੀਂ ਤੇ ਤੇਰੇ ਜੀਵਨ ਦੇ ਅੰਦਰ ਨਾਮ ਸਿਮਰਨ ਕਰਨ ਦਾ, ਸੇਵਾ ਕਰਨ ਦਾ ਕੋਈ ਵੀ ਲਾਭ ਨਹੀਂ ਹੋਏਗਾ। ਅਗਾਂਹ ਕਹਿੰਦੇ ਹਨ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਕੋ ਖਾਏ। ਕਰਮ ਕੀ ਬਣਾ, ਮਨ ਕੀ ਜਿਵੇਂ ਧਰਤੀ ਤੇਰੇ ਵਾਸਤੇ ਕਰਮ ਹਨ, ਇਹ ਸਰੀਰ ਜਿਹੜਾ ਹੈ ਇਹਦੇ ਵਿੱਚ ਕਲਯੁਗ ਵਾਪਰ ਰਿਹਾ ਹੈ, ਵਿੱਚ ਜਿਹਾ ਕੋਈ ਬੀਜੈ ਤੇਹਾ ਕੋ ਖਾਏ। ਧਰਤੀ ਦੇ ਵਿੱਚ ਕੋਈ ਬੀਜ ਪਾਏਗਾ ਤੇ ਉਸ ਬੀਜ ਦਾ ਫਲ ਤੈਨੂੰ ਭੁਗਤਾਉਣਾ ਪਏਗਾ। ਉਹ ਬੀਜ ਪੈਦਾ ਹੋਏਗਾ, ਉਹਦੇ ਵਿੱਚ ਫਲ ਨਿਕਲੇਗਾ, ਉਹ ਫਲ ਤੈਨੂੰ ਪ੍ਰਾਪਤ ਹੋਏਗਾ। ਮੰਨੋ ਕੋਈ ਗੇਂਦੇ ਦਾ ਫੁੱਲ ਬੀਜਦਾ ਤੇ ਉਹਨੂੰ ਗੇਂਦੇ ਦਾ ਫੁੱਲ ਪ੍ਰਾਪਤ ਹੁੰਦਾ, ਕੋਈ ਅੰਬ ਬੀਜਦਾ ਤੇ ਉਹਨੂੰ ਅੰਬ ਦਾ ਬੂਟਾ ਪ੍ਰਾਪਤ ਹੁੰਦਾ। ਜਿਹੋ ਜਿਹਾ ਕੋਈ ਬੀਜਦਾ ਉਹੋ ਜਿਹਾ ਨੂੰ ਪ੍ਰਾਪਤ ਹੁੰਦਾ। ਤੇ ਬੜੀ ਸਿੰਪਲ ਜੀ ਗੱਲ ਹੈ, ਸਤਿਗੁਰੂ ਜੀ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਇੱਕ ਸੂਝ ਦੇਣਾ ਚਾਹੁੰਦੇ ਨੇ ਕਿ ਜੇ ਧਰਤੀ ਨਿਆਂ ਕਰਦੀ ਹੈ, ਜੋ ਤੂੰ ਬੀਜਦਾ ਇਹਦੇ ਵਿੱਚ ਉਹ ਤੈਨੂੰ ਪ੍ਰਾਪਤ ਹੁੰਦਾ, ਤੇ ਤੇਰੇ ਸਰੀਰ ਦੇ ਅੰਦਰ ਨਿਆਂ ਨਹੀਂ ਹੋਏਗਾ। ਇਹ ਵੀ ਤਾਂ ਧਰਤੀ ਹੈ। ਜੇ ਚੁਗਲੀ ਬੀਜੀ ਹੈ ਤੇ ਤੈਨੂੰ ਚੁਗਲੀ ਮਿਲੇਗੀ ਸਮਾਜ ਵਿੱਚੋਂ, ਜੇ ਬੇਈਮਾਨੀ ਬੀਜੀ ਹੈ ਤੇ ਬੇਈਮਾਨੀ ਮਿਲੇਗੀ। ਕਰਤੇ ਦਾ ਨਿਆਂ ਸਾਰਿਆਂ ਵਾਸਤੇ ਬਰਾਬਰ ਹੈ। ਜੇ ਇਸ ਸਰੀਰ ਦੇ ਅੰਦਰ ਤਾਂ ਦੂਸਰਿਆਂ ਵਾਸਤੇ ਨਫ਼ਰਤ ਬੀਜੀ ਹੈ, ਪਿਆਰ ਦੀ ਆਸ ਨਾ ਲਗਾਈ, ਤੈਨੂੰ ਨਫ਼ਰਤ ਹੀ ਮਿਲਣੀ ਹੈ। ਜੇ ਹਾਂ ਕੋਈ ਬੀਜੇ। ਭਗਤ ਸ਼ੇਖ ਫਰੀਦ ਜੀ ਦਾ ਇੱਕ ਪਾਵਨ ਬਚਨ ਹੈ, ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡਾ, ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਜੱਟ ਕਹਿੰਦੇ ਨੇ ਜ਼ਮੀਂਦਾਰ ਨੂੰ, ਕਿਸਾਨ ਨੂੰ। ਕਹਿੰਦੇ ਡਿਮਾਂਡ ਕਾਹਦੀ ਕਰਦਾ ਪਿਆ, ਦਾਖਾਂ ਬਿਜੋਰੀਆਂ, ਕਿਸ਼ਮਿਸ਼, ਡਰਾਈ ਫਰੂਟਸ ਮੰਗਦਾ ਇਹ ਪਿਆ, ਲੇਕਿਨ ਬੀਜਿਆ ਕੀ ਹੈ? ਬੀਜਿਆ ਕਿੱਕਰ, ਕੰਡਿਆਂ ਵਾਲੀ ਕਿੱਕਰ ਬੀਜ ਕੇ ਇਹਨਾਂ ਪਦਾਰਥਾਂ ਦੀ, ਬਦਾਮਾਂ ਦੀ, ਦਾਖਾਂ ਬਿਜੌਰੀਆਂ ਦੀ ਮੰਗ ਕਰਦਾ, ਇਹ ਪ੍ਰਵਾਨ ਨਹੀਂ ਹੋ ਸਕਦੀ। ਤੇ ਗੁਰਬਾਣੀ ਦਾ ਪਾਵਨ ਫਰਮਾਨ ਕੀ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਕੇ ਹਟਿਆ। ਸਤਿਗੁਰੂ ਜੀ ਮਹਾਰਾਜ ਸਾਡੇ ਜੀਵਨ ਦੇ ਅੰਦਰੋਂ ਉਦਾਹਰਨਾਂ ਲੈ ਕੇ ਗੁਰਬਾਣੀ ਦੇ ਅੰਦਰ ਲਿਖਦੇ ਨੇ, ਸਮਝਾਉਣ ਮਾਤਰ। ਕਿਉਂਕਿ ਮੈਂ ਪਹਿਲਾਂ ਹੀ ਆਖਿਆ, ਜੀਵਨ ਨੂੰ ਤਬਦੀਲ ਕਰਨਾ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਮਕਸਦ ਹੈ। ਹੁਣ ਸਤਿਗੁਰੂ ਜੀ ਮਹਾਰਾਜ ਕੀ ਸਮਝਾਉਂਦੇ ਨੇ? ਬੀਜਿਆ ਬਿਖ, ਵਿਖਿਆ ਬੀਜੀ ਹੈ, ਜ਼ਹਿਰ ਬੀਜਿਆ ਏ, ਮੰਗੈ ਅੰਮ੍ਰਿਤ, ਅੰਮ੍ਰਿਤ ਦੀ ਆਸ ਨਾ ਲਗਾਈ। ਵਿਖਿਆ ਬੀਜ ਕੇ ਅੰਮ੍ਰਿਤ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ, ਜੇਹਾ ਕੋ ਬੀਜੇ ਤੇਹਾ ਕੋ ਪਾਏ,
ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਗੱਲਾਂ ਦੇ ਉੱਪਰ ਨਵੇੜਾ ਨਹੀਂ ਹੋ ਸਕਦਾ। ਜਿਹੜਾ ਕੋਈ ਵਿਅਕਤੀ ਵਿਸ ਖਾਂਦਾ ਹੈ ਉਹ ਉਸੇ ਵੇਲੇ ਮਰ ਜਾਂਦਾ ਹੈ। ਜੇ ਵਿਸ ਖਾਧੀ ਜਾਏ ਤਾਂ ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਵੀ ਮਨੁੱਖ ਬਚ ਨਹੀਂ ਸਕਦਾ। ਜ਼ਹਿਰ ਖਾਧਾ ਏ ਤੇ ਮੈਂ ਕਹੀ ਜਾਵਾਂ ਕਿ ਅੰਮ੍ਰਿਤ ਅੰਮ੍ਰਿਤ ਅੰਮ੍ਰਿਤ, ਸਤਿਗੁਰੂ ਜੀ ਮਹਾਰਾਜ ਕਹਿੰਦੇ ਇੱਦਾਂ ਨਹੀਂ। ਜ਼ਹਿਰ ਖਾ ਕੇ ਅੰਮ੍ਰਿਤ ਅੰਮ੍ਰਿਤ ਬੋਲਣ ਦੇ ਨਾਲ ਜੀਵਨ ਦੇ ਵਿੱਚ ਅੰਮ੍ਰਿਤ ਨਹੀਂ ਆ ਜਾਂਦਾ। ਜ਼ਹਿਰ ਹੀ ਬੀਜਿਆ ਹੈ ਤੇ ਜ਼ਹਿਰ ਹੀ ਵੱਢਣਾ ਪਏਗਾ। ਜੇ ਅੰਮ੍ਰਿਤ ਬੀਜਿਆ ਹੋਵੇ ਫਿਰ ਤੈਨੂੰ ਅੰਮ੍ਰਿਤ ਕਹਿਣ ਦੀ ਲੋੜ ਹੀ ਨਹੀਂ। ਫਿਰ ਤੇਰਾ ਜੀਵਨ ਹੀ ਅੰਮ੍ਰਿਤ ਰੂਪ ਕਰਕੇ ਦਿਸੇਗਾ। ਤੇ ਗੁਰਬਾਣੀ ਅੰਮ੍ਰਿਤ ਕਿਹਨੂੰ ਕਹਿੰਦੀ ਹੈ? ਸਤਿਗੁਰੂ ਜੀ ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇ ਗੁਰਬਾਣੀ ਆਪਣੇ ਬੱਚਿਆਂ ਦੇ ਅੰਦਰ ਬੀਜੀ ਹੈ, ਜੇ ਮਾਂ ਬਾਪ ਦਾ ਸਤਿਕਾਰ ਬੀਜਿਆ, ਜੇ ਬੱਚਿਆਂ ਨੂੰ ਇਮਾਨਦਾਰੀ ਦੇ ਨਾਲ ਜੀਵਨ ਜਿਉਣਾ ਬੀਜਿਆ ਹੈ, ਸੱਚ ਜਾਣਿਓ ਜੀਵਨ ਦੇ ਅੰਦਰ ਉਹ ਹੀ ਪ੍ਰਾਪਤ ਹੋਏਗਾ। ਤੇ ਜੇ ਮਾਂ ਬਾਪ ਕੁੰਡੀਆਂ ਲਾ ਕੇ ਬੱਤੀ ਚੋਰੀ ਕਰਨ ਦੇ ਆ ਤੇ ਬੱਚਾ ਚੋਰੀ ਨਿਕਲੇਗਾ। ਬੱਚਾ ਇਮਾਨਦਾਰ ਕਿਵੇਂ ਹੋ ਸਕਦਾ ਹੈ? ਜੇ ਮਾਂ ਬਾਪ ਦੂਸਰਿਆਂ ਨਾਲ ਠੱਗੀ ਕਰਨਾ ਸਿਖਾਉਂਦੇ ਨੇ ਤੇ ਬੱਚਾ ਮਾਂ ਬਾਪ ਨਾਲ ਠੱਗੀ ਕਰੇਗਾ। ਉਹ ਕਦੀ ਮਾਂ ਬਾਪ ਦਾ ਭਲਾ ਨਹੀਂ ਸੋਚੇਗਾ। ਜੇ ਮਾਂ ਬਾਪ ਨੇ ਆਪਣੇ ਮਾਂ ਬਾਪ ਨੂੰ ਧੱਕੇ ਮਾਰੇ ਨੇ ਤੇ ਬੱਚਾ ਦੇਖ ਹੀ ਰਿਹਾ, ਉਹਦੇ ਅੰਦਰ ਜੋ ਬੀਜਿਆ ਹੈ ਉਹ ਵੱਢਣਾ ਜ਼ਰੂਰ ਪਏਗਾ। ਕਿਤੇ ਨਾ ਕਿਤੇ ਜਾ ਕੇ ਉਹਦੇ ਮਨ ਦੇ ਅੰਦਰ ਵੀ ਆਪਣੇ ਮਾਂ ਬਾਪ ਦੇ ਪ੍ਰਤੀ ਉਹ ਨਫ਼ਰਤ ਪੈਦਾ ਜ਼ਰੂਰ ਹੋਏਗੀ। ਬੜੀ ਸਿੰਪਲ ਜੀ ਗੱਲ ਹੈ। ਅੱਜ ਅਸੀਂ ਵਿਸ਼ ਬੀਜ ਰਹੇ ਹਾਂ, ਅੱਜ ਅਸੀਂ ਜ਼ਹਿਰ ਬੀਜ ਰਹੇ ਹਾਂ। ਉਹ ਜ਼ਹਿਰ ਕਿਵੇਂ ਬੀਜ ਰਹੇ ਹਾਂ? ਸਾਰਿਆਂ ਦੇ ਬੱਚੇ ਸਕੂਲ ਜਾਂਦੇ ਨੇ, ਪੜ੍ਹਨ ਵਾਸਤੇ ਜਾਂਦੇ ਨੇ। ਅਸੀਂ ਉਹਨਾਂ ਦੇ ਅੰਦਰ ਇਹ ਬੀਜ ਪਾਇਆ ਕਿ ਪੜ੍ਹਾਈ ਕਰੇਗਾ, ਅਫਸਰ ਬਣੇਗਾ, ਪੈਸਾ ਆਏਗਾ, ਦੌਲਤ ਆਏਗੀ, ਸ਼ੋਹਰਤ ਆਏਗੀ। ਤੇ ਜੇ ਨਾ ਮਿਲੇ ਫਿਰ ਉਹਦੇ ਪ੍ਰਤੀ, ਉਹਦੇ ਮਨ ਦੇ ਅੰਦਰ ਸਾਡੇ ਪ੍ਰਤੀ ਇੱਕ ਨਫ਼ਰਤ ਦਾ ਭਾਵ ਪੈਦਾ ਹੋ ਜਾਏਗਾ ਕਿ ਮੇਰੇ ਮਾਂ-ਬਾਪ ਨੇ ਮੈਨੂੰ ਭੇਜਿਆ ਸੀ, ਮੈਂ ਅਮੀਰ ਬਣਾਂਗਾ, ਪਰ ਮੈਨੂੰ ਅਮੀਰੀ ਨਹੀਂ ਮਿਲੀ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਕੇ ਤੋਰੀਏ ਕਿ ਬੱਚੇ ਭਾਵੇਂ ਡਾਕਟਰ ਬਣੇ, ਭਾਵੇਂ ਇੰਜੀਨੀਅਰ ਬਣੇ, ਪਰ ਇਹਨਾਂ ਤੋਂ ਪਹਿਲਾਂ ਇੱਕ ਇਨਸਾਨ ਜ਼ਰੂਰ ਬਣੀ। ਉਹ ਭਾਵੇਂ ਅਮੀਰ ਹੋਵੇ, ਭਾਵੇਂ ਗਰੀਬ ਹੋਵੇ, ਆਪਣੀ ਜ਼ਿੰਦਗੀ ਦੇ ਅੰਦਰ ਜਿੰਨਾ ਮਿਲਿਆ ਉਹਦੇ ਵਿੱਚ ਸ਼ੁਕਰ ਕਰਨਾ ਸਿੱਖੇ। ਅਸੀਂ ਉਹਨਾਂ ਨੂੰ ਜ਼ਹਿਰ ਪ੍ਰੋਵਾਈਡ ਕਰਾ ਰਹੇ ਹਾਂ, ਸਰਵ ਕਰ ਰਹੇ ਹਾਂ ਕਿ ਤੂੰ ਡਾਕਟਰ ਹੀ ਬਣਨਾ, ਤੂੰ ਇੰਜੀਨੀਅਰ ਹੀ ਬਣਨਾ। ਵਾਕਈ ਉਹ ਬਣ ਤਾਂ ਜਾਂਦਾ ਹੈ, ਕਦੀ ਇਨਸਾਨ ਨਹੀਂ ਬਣ ਪਾਉਂਦਾ। ਤੇ ਮਾਂ-ਬਾਪ ਦੀ ਆਸ ਬਾਅਦ ਵਿੱਚ ਹੁੰਦੀ ਹੈ ਕਿ ਇਹ ਮੇਰਾ ਪੁੱਤ ਹੈ, ਮੇਰੀ ਸੇਵਾ ਕਰੇਗਾ। ਡਾਕਟਰ ਤਾਂ ਬਣਾ ਦਿੱਤਾ, ਪਰ ਉਹਦੇ ਅੰਦਰ ਇੱਕ ਕਦੀ ਬੀਜ ਬੀਜਿਆ ਹੀ ਨਹੀਂ ਸੀ ਕਿ ਸਾਡੀ ਸੇਵਾ ਵੀ ਕਰਨੀ ਹੈ। ਤੇ ਜਿਨ੍ਹਾਂ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਦੇ ਬੀਜ ਪਾਏ ਹੋਣ ਕਿ ਬੱਚੇ ਜੀਵਨ ਵਿੱਚ ਜਿੱਥੇ ਮਰਜ਼ੀ ਜਾਈ, ਲੇਕਿਨ ਸਭ ਦਾ ਅਦਬ ਸਤਿਕਾਰ ਆਦਰ ਕਰੀ, ਜਿਹੜੀ ਸਟੇਜ ਤੇ ਮਰਜ਼ੀ ਹੋਵੀਂ, ਆਪਣੇ ਜੀਵਨ ਦੇ ਅੰਦਰ ਇਮਾਨਦਾਰੀ ਦੇ ਨਾਲ ਵਰਤੀ। ਤੇ ਉਹ ਜਿੱਥੇ ਵੀ ਜਾਏਗਾ, ਜਿਹੜੀ ਵੀ ਪਦਵੀ ਤੇ ਜਾਏਗਾ, ਆਪਣੇ ਮਾਂ-ਬਾਪ ਦੇ ਬੀਜ ਨੂੰ ਸੰਭਾਲ ਕੇ ਰੱਖੇਗਾ। ਕਿਰਸਾਨੀ ਕਰਨੀ ਸਾਡੇ ਜੀਵਨ ਦਾ ਇੱਕ ਬੜਾ ਅਹਿਮ ਅੰਗ ਹੈ। ਹਰ ਕੋਈ ਕਿਸਾਨ ਹੈ, ਭਾਵੇਂ ਕੋਈ ਬਿਜ਼ਨਸਮੈਨ ਹੈ, ਭਾਵੇਂ ਕੋਈ ਵਪਾਰੀ, ਕੋਈ ਸੁਨਾਰ, ਸਾਰੇ ਕਿਸਾਨੀ ਕਰਦੇ ਨੇ, ਖੇਤੀ ਕਰਦੇ ਨੇ। ਸਾਡੇ ਬੱਚੇ ਸਾਡੀ ਖੇਤੀ ਨੇ। ਅਸੀਂ ਰੋਜ਼ ਹੀ ਉਹਨਾਂ ਦੇ ਅੰਦਰ ਇੱਕ ਬੀਜ ਪਾਉਂਦੇ ਹਾਂ, ਉਸ ਬੀਜ ਨੂੰ ਸੰਭਾਲਦੇ ਹਾਂ, ਉਹ ਇੱਕ ਪੌਦਾ ਬਣਦਾ ਹੈ ਤੇ ਬਾਅਦ ਵਿੱਚ ਉਹ ਤੋਂ ਫਲ ਨਿਕਲਦਾ। ਸਤਿਗੁਰੂ ਜੀ ਕਹਿੰਦੇ ਜੇ ਆਹ ਕੋਈ ਬੀਜਿਆ, ਜਿਹੋ ਜਿਹਾ ਬੀਜ ਬੀਜਿਆ ਹੈ, ਫਲ ਉਹੋ ਜਿਹਾ ਭੁਗਤਾਉਣਾ ਪੈਣਾ ਹੈ। ਇਸ ਕਰਕੇ ਸੋਚ ਸਮਝ ਕੇ ਬੀਜ ਬੀਜੀ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਵੱਤਰ ਹੈ, ਵਕਤ ਹੈ, ਵੇਲਾ ਹੈ। ਸੰਭਾਲ ਇਸ ਵੇਲੇ ਨੂੰ, ਇਸ ਵੇਲੇ ਦੇ ਅਨੁਸਾਰ ਬੀਜ ਨੂੰ ਬੀਜ, ਤਾਂ ਕਿ ਫਲ ਤੈਨੂੰ ਪ੍ਰਾਪਤ ਹੋਵੇ। ਹੁਣ ਉਮਰ ਹੈ ਹਰੀ ਨਾਮ ਦਾ ਬੀਜ, ਹਰੀ ਨਾਮ ਦੇ ਚਿੰਨ੍ਹ ਨੂੰ ਲਗਾਉਣ ਦੀ। ਜੇ ਹੁਣ ਇਸ ਉਮਰ ਦੇ ਵਿੱਚ ਸਮੇਂ ਰਹਿੰਦਿਆਂ ਨਾਮ ਨੂੰ ਨਾ ਬੀਜਿਆ, ਤੇ ਜਦੋਂ ਜੀਵਨ ਵਿੱਚ ਨਾਮ ਗਿਆਨ ਦੀ ਲੋੜ ਹੋਏਗੀ, ਉਦੋਂ ਅਸੀਂ ਖਾਲੀ ਹੋਵਾਂਗੇ, ਉਦੋਂ ਅਸੀਂ ਭੁੱਖੇ ਹੋਵਾਂਗੇ। ਤਤਕਾਲ ਮਰ ਜਾਏ, ਸਾਡੇ ਕੋਲ ਵਿਸ ਹੋਏਗਾ। ਭਾਈ ਵੇਖੋ ਨਿਆਓ, ਸੱਚ ਕਰਤੇ ਕਾ ਜਿਹਾ ਕੋਈ ਕਰੇ, ਤੇਹਾ ਕੋਈ ਪਾਏ। ਇਹ ਕਰਤੇ ਦਾ ਨਿਆਓ ਹੈ, ਇਹ ਸੱਚ ਦਾ ਨਿਆਓ ਹੈ। ਜਿਹਾ ਕੋਈ ਕਰੇ,
ਕੋਈ ਵਿਅਕਤੀ ਜਿਹੋ ਜੇ ਕਰਮ ਕਮਾ ਰਿਹਾ ਹੈ, ਕਰਮਾਂ ਦਾ ਬੀਜ ਆਪਣੇ ਜੀਵਨ ਅੰਦਰ ਬੀਜ ਰਿਹਾ ਹੈ, ਉਹਨੂੰ ਉਸ ਬੀਜ ਦੇ ਮੁਤਾਬਕ ਫਲ ਜ਼ਰੂਰ ਮਿਲੇਗਾ। ਠੀਕ ਹੈ, ਅਸੀਂ ਪਰਦੇ ਪਾ ਲੈਂਦੇ ਆ, ਸਮਾਜ ਤੋਂ ਬਚਾ ਲੈਂਦੇ ਆ, ਆਪਣੇ ਮਨ ਤੋਂ ਤਾਂ ਨਹੀਂ ਬਚਾ ਸਕਦੇ। ਇੱਕ ਸਜ਼ਾ ਤਾਂ ਸਾਨੂੰ ਦਿਨ ਰਾਤ ਮਿਲਦੀ ਰਹਿੰਦੀ ਹੈ। ਸਾਡਾ ਮਨ ਸਾਨੂੰ ਪੁੱਛਦਾ ਹੈ, ਜਵਾਬ ਮੰਗਦਾ ਹੈ ਕਿ ਬੰਦਿਆ ਆਹ ਜਿਹੜਾ ਕੰਮ ਤੂੰ ਕੀਤਾ ਇਹ ਬੜਾ ਗਲਤ ਕੀਤਾ। ਕੀ ਮਨ ਇਸ ਗੱਲ ਨੂੰ ਜਾਣਦਾ ਨਹੀਂ? ਗੁਰਬਾਣੀ ਕਹਿੰਦੀ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁएं ਪਰੈ। ਤੇਰੇ ਹੱਥ ਦੇ ਉੱਤੇ ਦੀਪਕ ਹੈ। ਪੁਰਾਣੇ ਸਮੇਂ ਦੇ ਵਿੱਚ ਲਾਲਟੇਨ ਹੋਇਆ ਕਰਦੇ ਸਨ, ਲੋਕ ਦੀਵਾ ਲੈ ਕੇ ਜਾਇਆ ਕਰਦੇ ਸਨ ਕਿ ਰਸਤਾ ਪਤਾ ਲੱਗ ਜਾਵੇ। ਅੱਜ ਵਾਂਗ ਲਾਈਟਾਂ ਨਹੀਂ ਸੀ, ਹੈਡ ਲਾਈਟਾਂ ਨਹੀਂ ਸੀ ਹੁੰਦੀਆਂ, ਟਾਰਚ ਨਹੀਂ ਸੀ ਹੁੰਦੀ। ਤੇ ਗੁਰੂ ਸਾਹਿਬ ਜੀ ਮਹਾਰਾਜ ਬੜੇ ਸੌਖੀ ਉਦਾਹਰਣ ਦੇ ਕੇ ਸਾਨੂੰ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ। ਹੱਥ ਉੱਤੇ ਦੀਪਕ ਹੈ, ਪ੍ਰਕਾਸ਼ ਹੈ, ਗਿਆਨ ਸਭ ਕੁਝ ਤੇਰੇ ਕੋਲ ਹੈ। ਇੰਨਾ ਪ੍ਰਕਾਸ਼, ਇੰਨਾ ਗਿਆਨ, ਇੰਨੀ ਵਿੱਦਿਆ ਹੋਣ ਦੇ ਬਾਵਜੂਦ ਵੀ ਤੂੰ ਖੂਹ ਨੂੰ ਸਮਝ ਨਹੀਂ ਸਕਿਆ, ਕੁएं ਨੂੰ ਸਮਝ ਨਹੀਂ ਸਕਿਆ। ਹੱਥ ਦੇ ਉੱਪਰ ਪ੍ਰਕਾਸ਼ ਹੁੰਦਿਆਂ ਹੋਇਆਂ ਵੀ ਖੂਹ ਦੇ ਵਿੱਚ ਜਾ ਕੇ ਡਿੱਗਿਆ। ਕਾਹਦੀ ਸਿਆਣਪ? ਤੇਰਾ ਮਨ ਇਸ ਗੱਲ ਨੂੰ ਜਾਣਦਾ ਨਹੀਂ ਸੀ ਕਿ ਤੂੰ ਡਿੱਗ ਸਕਦਾ ਹੈ। ਜਾਣਦਾ ਸੀ, ਪਰ ਅਸੀਂ ਦੀਵੇ ਉੱਤੇ ਵਿਸ਼ਵਾਸ ਨਹੀਂ ਰੱਖਿਆ। ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ, ਜੀਵਨ ਜਿਉਣ ਲੱਗਿਆ ਤੇਰਾ ਮਨ ਸਭ ਕੁਝ ਜਾਣਦਾ, ਮਤਾਂ ਕੋਈ ਭੁਲੇਖਾ ਰਹਿ ਜਾਵੇ, ਤੇਰਾ ਗਵਾਂਢੀ, ਤੇਰੇ ਮਾਂ-ਬਾਪ, ਤੇਰੇ ਭੈਣ ਭਰਾ, ਰਿਸ਼ਤੇਦਾਰ ਨਹੀਂ ਜਾਣਦੇ, ਠੀਕ ਹੈ, ਉਹਨਾਂ ਤੋਂ ਲੁਕਾ ਲਏਗਾ, ਆਪਣੇ ਆਪ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ, ਪਛਤਾਵਾ ਜ਼ਿੰਦਗੀ ਦੇ ਅੰਦਰ ਰਹਿ ਜਾਏਗਾ। ਪਰਮਾਤਮਾ ਕਿਤੇ ਦੂਰ ਬੈਠਾ ਨਹੀਂ ਦੇਖ ਰਿਹਾ, ਉਹ ਤੇਰੇ ਮਨ ਮੰਦਰ ਦੇ ਅੰਦਰ ਬੈਠਾ ਹੈ। ਤੇ ਜੇ ਮਨ ਮੰਦਰ ਤਨ ਵੇਸ ਕਲੰਦਰ, ਇਸ ਮਨ ਮੰਦਰ ਦੇ ਅੰਦਰ ਤੂੰ ਪਰਮਾਤਮਾ ਦੇ ਨਾਮ ਦਾ ਦੀਵਾ ਜਗਾਉਣ ਦੀ ਜਗ੍ਹਾ ਕਰਮ ਮਾੜੇ ਕੀਤੇ ਨੇ, ਕਚਰਾ ਭਰਿਆ ਹੈ, ਫਲ ਵੀ ਉੱਥੋਂ ਭੁਗਤਣਾ ਪਏਗਾ, ਸਾਰੀ ਜ਼ਿੰਦਗੀ ਪਛਤਾਵਾ ਰਹੇਗਾ। ਤੇ ਜੀਵਨ ਦੇ ਅੰਦਰ ਕਾਮ ਆਦਿਕ ਵਕਾਰ ਤੇਰੇ ਜੀਵਨ ਨੂੰ ਨਾਸ਼ ਕਰਕੇ ਰੱਖ ਦੇਣਗੇ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ, ਵੇਖੀ ਕਰਮ ਕਮਾਉਣ ਲੱਗਿਆ ਇਸ ਗੱਲ ਨੂੰ ਯਾਦ ਰੱਖੀ ਕਿ ਪਰਮਾਤਮਾ ਅਕਾਲ ਪੁਰਖ ਰੱਬ ਉਹ ਸਦਾ ਤੈਨੂੰ ਦੇਖਦਾ ਏ, ਤੇਰੇ ਅੰਦਰ ਬੈਠਾ ਏ। ਦੁਨੀਆ ਨੂੰ ਲੇਖਾ ਦੇਣਾ ਹੈ ਨਹੀਂ ਦੇਣਾ ਉਹਦਾ ਖਹਿੜਾ ਛੱਡ, ਆਪਣੇ ਆਪ ਦੇ ਨਾਲ ਗੱਲ ਕਰਨੀ ਕਿਤੇ ਔਖੀ ਨਾ ਹੋ ਜਾਵੇ, ਆਪਣੇ ਆਪ ਦੇ ਨਾਲ ਨਜ਼ਰਾਂ ਮਿਲਾਉਣੀਆਂ ਕਿਤੇ ਔਖੀਆਂ ਨਾ ਹੋ ਜਾਣ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਜਿਹੜਾ ਕੋਈ ਵਿਅਕਤੀ ਕਰਮ ਕਮਾਉਂਦਾ ਹੈ, ਉਹਨਾਂ ਕਰਮਾਂ ਦੇ ਅਨੁਸਾਰ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਫਲ ਮਿਲਦਾ ਹੈ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪਰਮਾਤਮਾ ਨੇ ਸੋਝੀ ਬਖਸ਼ ਦਿੱਤੀ ਹੈ ਜੀਵਨ ਵਿੱਚ ਕਿਹੜੇ ਕਰਮਾਂ ਨੂੰ ਕਮਾਉਣਾ ਹੈ ਤੇ ਕਿਹੜੇ ਕਰਮਾਂ ਨੂੰ ਨਹੀਂ ਕਮਾਉਣਾ। ਤੇ ਮੈਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਇਹਨਾਂ ਉਪਦੇਸ਼ਾਂ ਤੋਂ ਬਾਰ-ਬਾਰ ਬਲਿਹਾਰ ਜਾਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਉਪਦੇਸ਼ਾਂ ਦੇ ਅੰਦਰ ਬਿਲਕੁਲ ਸਾਨੂੰ ਕਲੀਅਰ ਕੀਤਾ ਹੋਇਆ ਕਿ ਜੇ ਕਰਮ ਮਾੜੇ ਕਮਾਏਗਾ ਤੇ ਆ ਜੀਵਨ ਦੇ ਅੰਦਰ ਪਰਿਣਾਮ ਭੁਗਤਣੇ ਪੈਣੇ ਹੈ। ਜੇ ਜੀਵਨ ਦੇ ਅੰਦਰ ਚੰਗੇ ਕਰਮ ਕਮਾਏਗਾ, ਤੇਰੇ ਜੀਵਨ ਦੇ ਅੰਦਰ ਆ ਜਿਹੜਾ ਲਾਭ ਤੈਨੂੰ ਹੋਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਦੀ ਵੀ ਕਿਸੇ ਦੇ ਉੱਪਰ ਆਪਣੇ ਵਚਨ ਥੋਪਦੀ ਨਹੀਂ ਹੈ। ਸਤਿਗੁਰੂ ਜੀ ਮਹਾਰਾਜ ਇੱਕ ਟੀਚਰ ਵਾਂਗ ਬੱਚੇ ਨੂੰ ਸਮਝਾਉਂਦੇ ਨੇ ਕਿ ਇਹ ਬੱਚੇ, ਇਹ ਵਿਦਿਆਰਥੀ, ਤੇਰੇ ਜੀਵਨ ਦੇ ਅੰਦਰ ਇਹਨਾਂ ਚੀਜ਼ਾਂ ਦੀ ਲੋੜ ਹੈ। ਜਦੋਂ ਜੀਵਨ ਦੇ ਅੰਦਰ ਪ੍ਰੈਕਟੀਕਲ ਪੇਪਰ ਹੋਏਗਾ, ਉਦੋਂ ਇਹ ਚੀਜ਼ਾਂ, ਇਹ ਗੱਲਾਂ ਤੇਰੇ ਕੰਮ ਆਉਣਗੀਆਂ। ਸਤਿਗੁਰੂ ਜੀ ਮਹਾਰਾਜ ਇਹ ਨਹੀਂ ਕਹਿੰਦੇ ਕਿ ਕਰਨਾ ਹੀ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਤੇਰੀ ਚੋਇਸ ਹੈ, ਤੂੰ ਡਿਸਾਈਡ ਕਰਨਾ ਹੈ ਕਿ ਸੱਚ ਦੇ ਮਾਰਗ ਤੇ, ਗੁਰਮਤ ਦੇ ਮਾਰਗ ਤੇ ਚੱਲਣਾ ਹੈ ਕਿ ਅਨਮਤ ਮਨਮਤ ਦੇ ਮਾਰਗ ਤੇ ਚੱਲਣਾ ਹੈ। ਇਹ ਡਿਸੀਜਨ ਤੇਰਾ ਹੈ। ਜਿਹਾ ਕੋਈ ਕਰੇ, ਜੇ ਮਨਮਤ ਦੇ ਮਾਰਗ ਤੇ ਚੱਲਿਆ ਹੈ, ਜੇ ਮਨ ਦੇ ਮਗਰ ਲੱਗ ਕੇ ਚੱਲਿਆ ਹੈ, ਫਿਰ ਹੱਥ ਦੇ ਉੱਤੇ ਦੀਪਕ ਰੱਖਣ ਦਾ ਕੋਈ ਲਾਭ ਨਹੀਂ, ਖੂਹ ਵਿੱਚ ਡਿੱਗੇਗਾ, ਕੁएं ਪਰੈ। ਤੇ ਜੇ ਗੁਰੂ ਦੇ ਮਗਰ ਲੱਗ ਕੇ ਚੱਲਿਆ, ਜੇ ਗੁਰੂ ਦੀ ਮੱਤ ਲਈ ਹੈ, ਤੇ ਫਿਰ ਦੀਵੇ ਦੇ ਉੱਤੇ ਵਿਸ਼ਵਾਸ ਰੱਖ, ਜੋ ਦੀਵਾ ਤੈਨੂੰ ਦਿਖਾ ਰਿਹਾ ਹੈ ਉਹ ਤੋਂ ਬਚ ਕੇ ਚੱਲ। ਖੂਹ ਵੇਖ, ਜਗ੍ਹਾ ਜਗ੍ਹਾ ਖੂਹ ਬਣੇ ਨੇ ਸਾਡੀ ਜ਼ਿੰਦਗੀ ਦੇ ਅੰਦਰ।
हर कोई एक दूसरे नूं ठगण दे उपर आतुर होया। धर्म दे अंदर भी ठगी है, समाज दे अंदर भी ठगी है, रिश्तियां दे अंदर भी ठगी है। ते जे गुरु तो समझ के चलदे आ ते सतगुरु जी महाराज कहंदे नाओ मरै ना ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਏ। ਜਿਨ੍ਹਾਂ ਦੇ ਮਨ ਦੇ ਅੰਦਰ ਰਾਮ ਵਸਦਾ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਮਾਤਮਾ ਵਸਦਾ ਹੈ, ਉਹਨਾਂ ਨੂੰ ਧਰਮ ਦੇ ਰਾਹ ਤੇ ਚੱਲਦਿਆਂ ਹੋਇਆਂ ਕੋਈ ਵੀ ਠੱਗ ਨਹੀਂ ਸਕਦਾ। ਉਹ ਠੱਗੇ ਨਹੀਂ ਜਾਂਦੇ, ਸੁਚੇਤ ਹੁੰਦੇ ਨੇ, ਚੇਤਨ ਹੁੰਦੇ ਨੇ, ਉਹਨਾਂ ਦਾ ਜੀਵਨ ਅਡੋਲ ਹੁੰਦਾ ਹੈ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਦਾ, ਕੋਈ ਖਰੀਦ ਨਹੀਂ ਸਕਦਾ। ਕੋਈ ਦਮੜੇ ਦੇ ਕੇ ਉਹਨਾਂ ਦੀ ਜ਼ਮੀਰ ਨੂੰ ਕੋਈ ਖਰੀਦ ਨਹੀਂ ਸਕਦਾ, ਉਹਨਾਂ ਦੇ ਜੀਵਨ ਦੇ ਅੰਦਰ ਦੇ ਸੱਚ ਨੂੰ ਕੋਈ ਖਰੀਦ ਨਹੀਂ ਸਕਦਾ, ਉਹਨਾਂ ਦੀ ਇਮਾਨਦਾਰੀ ਦਾ ਕੋਈ ਮੁੱਲ ਨਹੀਂ ਲਾ ਸਕਦਾ। ਅਡੋਲ ਹੋ ਗਏ। ਇਹੋ ਜਿਹਾ ਜੀਵਨ ਅਡੋਲ ਜੇ ਅਸੀਂ ਬੀਜਿਆ ਹੈ ਤੇ ਸਾਡਾ ਸਮਾਜ ਵੀ ਉਹੋ ਜਿਹਾ ਹੋਏਗਾ। ਐਸਾ ਨਹੀਂ ਹੈ ਕਿ ਸਮਾਜ ਵਿੱਚ ਜੋ ਘਟਨਾ ਘਟ ਰਹੀ ਹੈ ਉਹਦੇ ਵਿੱਚ ਕੇਵਲ ਸਮਾਜ ਹੀ ਦੋਸ਼ੀ ਹੈ, ਉਹਦੇ ਵਿੱਚ ਅਸੀਂ ਵੀ ਦੋਸ਼ੀ ਹਾਂ। ਅੱਜ ਜੇ ਕੋਈ ਅਸੀਂ ਕਿਸੇ ਗਲਤ ਕੰਮ ਦੀ ਸ਼ੁਰੂਆਤ ਕਰਕੇ ਪਿਛਾਂਹ ਹੋ ਜਾਂਦੇ ਆ, ਸਮਾਜ ਵਿੱਚ ਕੋਈ ਹੋਰ ਦੂਸਰਾ ਉਸ ਗਲਤ ਕੰਮ ਨੂੰ ਕਰਨ ਲੱਗ ਪੈਂਦਾ, ਉਸ ਦਿਸ਼ਾ ਨਿਰਦੇਸ਼ ਉੱਪਰ ਚੱਲਣ ਲੱਗ ਪੈਂਦਾ ਹੈ। ਕੱਲ ਨੂੰ ਜੇ ਸਮਾਜ ਦਾ ਕੋਈ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਤੇ ਉਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਵੀ ਹੋਵਾਂਗੇ। ਜਿਹਾ ਕੋਈ ਬੀਜੇ ਤੇਹਾ ਕੋਈ ਪਾਏ। ਅਸੀਂ ਇਨਸਾਨ ਮਨੁੱਖ ਜਾਤੀ, ਸੰਪੂਰਨ ਮਨੁੱਖ ਜਾਤੀ ਜਿਹੋ ਜਿਹਾ ਬੀਜ ਅੱਜ ਬੀਜਾਂਗੇ ਉਹੋ ਜਿਹਾ ਫਲ ਸਾਰਿਆਂ ਨੂੰ ਬਰਾਬਰ ਹੀ ਭੁਗਤਣਾ ਪਏਗਾ। ਇੱਕ ਵਿਅਕਤੀ ਦੀ ਗੱਲ ਵੀ ਹੈ ਤੇ ਅਨੇਕਾਂ ਦੀ ਵੀ ਗੱਲ ਹੈ ਕਿ ਜੇ ਅਸੀਂ ਕਰਮ ਮਾੜੇ ਕਮਾਏ ਨੇ ਉਹਨਾਂ ਦਾ परिणाम ਮਾੜਾ ਆਏਗਾ। ਜੇ ਅੰਮ੍ਰਿਤ ਵੰਡਿਆ ਹੈ, ਜੇ ਚੰਗੀ ਜ਼ੁਬਾਨ ਦੇ ਨਾਲ ਚੰਗੇ ਬੋਲ ਬੋਲੇ ਨੇ, ਲੋਕਾਂ ਦੀਆਂ ਧੀਆਂ ਭੈਣਾਂ ਦੇ ਘਰ ਵਸਾਏ ਨੇ, ਲੋਕਾਂ ਦੇ ਉਜੜਦੇ ਘਰ ਨੂੰ ਜੋੜਿਆ ਹੈ, ਤੋੜਿਆ ਨਹੀਂ, ਤੇ ਕੱਲ ਨੂੰ ਤੇਰੇ ਘਰ ਵੱਲ ਵੀ ਕੋਈ ਉਂਗਲ ਨਹੀਂ ਚੁੱਕੇਗਾ। ਤੇ ਜੇ ਅੱਜ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਕਿਸੇ ਦੂਸਰੇ ਦੇ ਬੱਚੇ ਦੀ ਜ਼ਿੰਦਗੀ ਉਜਾੜਤੀ ਹੈ, ਜੇ ਅੱਜ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਕਈਆਂ ਦੇ ਘਰ ਦਰੜ ਦਿੱਤੇ ਨੇ, ਜੇ ਅੱਜ ਆਪਣੇ ਆਪ ਦੇ ਰੁਤਬੇ ਨੂੰ ਬਚਾਉਣ ਵਾਸਤੇ ਕਈਆਂ ਦੇ ਰੁਤਬੇ ਨੂੰ ਝੂਠ ਦੇ ਸਹਾਰੇ ਨਾਲ ਨੱਪ ਦਿੱਤਾ ਹੀ, ਤੇ ਕੱਲ ਨੂੰ ਤੈਨੂੰ ਬਚਾਉਣ ਵਾਲਾ ਦੂਜਾ ਕੋਈ ਨਹੀਂ ਹੋਏਗਾ। ਵਿਸ਼ ਬੀਜਿਆ ਹੈ, ਵਿਸ਼ ਵੱਢਣਾ ਪਏਗਾ। ਵਿਖਿਆ ਬੀਜੀ ਹੈ, ਵਿਖਿਆ ਪ੍ਰਾਪਤ ਹੋਏਗੀ। ਇਹ ਨਿਆਂ ਹੈ ਉਸ ਅਕਾਲ ਪੁਰਖ ਦਾ। ਉਹਦੀ ਅਦਾਲਤ ਅੰਨੀ ਨਹੀਂ, ਉਹਦੀ ਅਦਾਲਤ ਸਭ ਕੁਝ ਦੇਖਦੀ ਹੈ। ਕਰਮਾਂ ਦੇ ਉੱਪਰ ਨਿਚੋੜਾ ਹੁੰਦਾ ਹੈ, ਨਿਬੇੜਾ ਹੁੰਦਾ ਹੈ। ਉਹਦੀ ਤੱਕੜੀ ਦੇ ਅੰਦਰ ਕਰਮ ਤੋਲੇ ਜਾਂਦੇ ਨੇ। ਉੱਥੇ ਕੋਈ ਸਿਫਾਰਿਸ਼ਾਂ ਨਹੀਂ ਲੱਗਣੀਆਂ। ਉਹਦੇ ਦਰ ਤੇ ਅਮੀਰ ਗਰੀਬ ਨਹੀਂ ਵੇਖਿਆ ਜਾਂਦਾ, ਉਹਦੇ ਦਰ ਤੇ ਕੋਈ ਜ਼ਾਤ ਨਹੀਂ ਦੇਖੀ ਜਾਂਦੀ, ਉਹਦੇ ਦਰ ਤੇ ਕਰਮ ਦੇਖੇ ਜਾਂਦੇ ਨੇ ਕਿ ਇਹਦੇ ਕਰਮ ਕਿਹੋ ਜਿਹੇ ਨੇ। ਮਾੜੇ ਕਰਮ ਦਾ ਮਾੜਾ ਨਤੀਜਾ ਹੋਏਗਾ ਤੇ ਚੰਗੇ ਕਰਮ ਦਾ ਚੰਗਾ ਨਤੀਜਾ ਹੋਏਗਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਇਹ ਉਪਦੇਸ਼ ਹੈ ਜੀ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਅੱਜ ਇੱਕ ਸ਼ਲੋਕ ਦੀ ਵਿਚਾਰ ਹੋਈ ਹੈ। ਕੱਲ ਦੇ ਦੀਵਾਨਾਂ ਦੇ ਨਾਲ ਆਪ ਸਭ ਜੀ ਦੇ ਨਾਲ ਸਰਬੱਤ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਦੇ ਨਾਲ ਪੌੜੀ ਦੀ ਇੱਕ ਸ਼ਲੋਕ ਦੀ ਵਿਚਾਰ ਕਰਾਂਗੇ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਮਹਾਰਾਜ ਜੀ ਦੀ ਬਾਣੀ ਅਥਾਹ ਸਮੁੰਦਰ ਅਥਾਹ ਸਾਗਰ ਹੈ। ਜਿੰਨੀ ਸਤਿਗੁਰੂ ਜੀ ਮਹਾਰਾਜ ਜੀ ਨੇ ਮੱਤ ਬਖਸ਼ਿਸ਼ ਕੀਤੀ ਉਹਦੇ ਅਨੁਸਾਰ ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕੀਤੀਆਂ ਨੇ ਪ੍ਰਵਾਨ ਕਰਨੀਆਂ ਜੀ। ਜੋ ਭੁੱਲਾਂ ਗਲਤੀਆਂ ਹੋਈਆਂ ਉਦਾਸਰੇ ਦੀਆਂ, ਜੋ ਵਿਚਾਰਾਂ ਚੰਗੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਜਾਣ ਕੇ ਜੀਵਨ ਵਿੱਚ ਵਸਾਉਣੀਆਂ। ਅੰਤ ਵਿੱਚ ਸਭਨਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰਬੱਤ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ, ਹੈਡ ਗ੍ਰੰਥੀ ਸਾਹਿਬਾਨ, ਸਮੂਹ ਸਾਥੀ ਸਟਾਫ, ਪ੍ਰਵਾਨੋ ਜੀ ਦਾਸਰੇ ਦੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।